गुड मॉर्निंग स्टूडेंट्स। ਆਪਾਂ पढ़ रहे सी बेटा पाठ नंबर 2 कहानी मोती। 3 पेज नंबर पढ़ चुके सी, 4 पढ़ चुके सी। ਹੁਣ तक जिन्ना ਆਪਾਂ कहानी ਦੇ ਵਿੱਚ ਪੜ੍ਹਿਆ ਉਹ ਇਹ ਸੀ ਕਿ ਲੇਖਕ ਛੋਟਾ ਹੁੰਦਾ ਜਦੋਂ ਆਪਣੇ ਪਿਤਾ ਜੀ ਦੇ ਨਾਲ ਉਹਨਾਂ ਦੇ ਦੋਸਤ ਦੇ ਘਰ ਗਿਆ ਤਾਂ ਉੱਥੇ ਉਹਨੂੰ ਇੱਕ ਕੁੱਤਾ ਨਜ਼ਰ ਆਇਆ ਸੀ ਜਿਸ ਦਾ ਨਾਮ ਸੀ ਮੋਤੀ। ਸੋ ਲੇਖਕ ਆਪਣੇ ਪਿਤਾ ਪਰਸ਼ੋਤਮ ਬਾਬੂ ਜੋ ਕਿ ਉਹਨਾਂ ਦੇ ਦੋਸਤ ਸਨ ਪਿਤਾ ਦੇ, ਉਹਨਾਂ ਦੇ ਘਰੋਂ ਇਸ ਕੁੱਤੇ ਨੂੰ ਲੈ ਕੇ ਆਇਆ ਸੀ ਅਤੇ ਉਹ ਮੋਤੀ ਪਿਸਤੀ ਨਸਲ ਦਾ ਸੀ। ਘਰ ਆ ਕੇ ਹੌਲੀ ਹੌਲੀ ਪਹਿਲਾਂ ਤਾਂ ਉਹਨਾਂ ਨੇ ਸੰਗਲੀ ਦੇ ਨਾਲ ਉਸਨੂੰ ਬੰਨ੍ਹ ਕੇ ਰੱਖਿਆ। ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੀ ਦੋਸਤੀ ਹੋ ਗਈ ਤਾਂ ਉਹਨਾਂ ਨੇ ਉਹਨੂੰ ਖੁੱਲ੍ਹਾ ਛੱਡਣਾ ਸ਼ੁਰੂ ਕਰ ਦਿੱਤਾ। ਫਿਰ ਅੱਗੇ ਲੇਖਕ ਦੱਸਦਾ ਆ ਕਿ ਉਹ ਸਿੱਧੇ ਕਈ ਵਾਰੀ ਚੁੱਪ ਚਪੀਤੇ ਦੱਬੇ ਪੈਰੀਂ ਉਹਦੇ ਨਾਲ ਸਕੂਲ ਤੱਕ ਪਹੁੰਚ ਜਾਂਦਾ ਸੀ ਅਤੇ ਉੱਥੋਂ ਕਈ ਵਾਰ ਉਹਨੂੰ ਮਾਸਟਰ ਜੀ ਦੇ ਕੋਲੋਂ ਮਾਰ ਵੀ ਪਈ ਸੀ ਮੋਤੀ ਕਰਕੇ। ਫਿਰ ਹੌਲੀ ਹੌਲੀ ਮੋਤੀ ਜਿਹੜਾ ਸਮਝ ਗਿਆ ਉਹ ਘਰ ਰਹਿਣ ਲੱਗ ਪਿਆ। ਫਿਰ ਅੱਗੇ ਲੇਖਕ ਪੇਜ ਨੰਬਰ 5 ਦੇ ਉੱਪਰ ਦੱਸਦਾ ਹੈ ਕਿ ਮੋਤੀ ਵਿੱਚ ਬੜੇ ਗੁਣ ਸਨ। ਉਹ ਘਰ ਦੀ ਰਾਖੀ ਕਰਦਾ ਸੀ, ਦੂਰ ਸਿੱਟੀ ਚੀਜ਼ ਨੂੰ ਚੁੱਕ ਲਿਆਉਂਦਾ ਸੀ, ਸਿਟ ਡਾਊਨ ਕਹਿੰਦਾ ਤਾਂ ਅਗਲੇ ਪੰਜੇ ਦੋਵੇਂ ਚੁੱਕ ਕੇ ਕੰਗਾਰੂ ਵਾਂਗ ਬੈਠ ਜਾਂਦਾ ਸੀ ਅਤੇ ਪਿਤਾ ਜੀ ਨੂੰ ਰਸਤੇ ਦੇ ਵਿੱਚ ਚਾਨਣ ਕਰਨ ਲਈ ਉਹ ਲਾਲਟੇਨਾਂ ਵੀ ਜੋ ਕਿ ਡੰਡੇ ਦੇ ਉੱਤੇ ਦੋਨੋਂ ਪਾਸੇ ਟੰਗੀਆਂ ਹੁੰਦੀਆਂ ਸਨ ਚੁੱਕ ਕੇ ਲੈ ਕੇ ਜਾਂਦਾ ਸੀ। ਅਤੇ ਇੱਕ ਵਾਰ ਉਸ ਮੋਤੀ ਨਾਂ ਦੇ ਕੁੱਤੇ ਨੇ ਉਸ ਲੇਖਕ ਦੇ ਪਿਤਾ ਦੀ ਜਾਨ ਵੀ ਬਚਾਈ ਸੀ ਜ਼ਹਿਰੀਲੇ ਜਾਨਵਰ ਦੇ ਕੋਲੋਂ। ਸੋ ਇਹਦੇ ਕਰਕੇ ਹੁਣ ਪਰਿਵਾਰ ਦੇ ਵਿੱਚ ਮੋਤੀ ਜਿਹੜਾ ਸੀ ਉਹ ਸਭ ਦਾ ਪਿਆਰਾ ਬਣ ਚੁੱਕਾ ਸੀ, ਪਰਿਵਾਰ ਮੈਂਬਰਾਂ ਦਾ ਇੱਕ ਹਿੱਸਾ ਬਣ ਚੁੱਕਾ ਸੀ। ਅਗਲਾ ਪੈਰਾ ਅਸੀਂ ਸ਼ੁਰੂ ਕਰਦੇ ਹਾਂ ਬੇਟਾ ਪੇਜ ਨੰਬਰ 5 ਦੇ ਉੱਪਰ। ਲਾਸਟ ਸ਼ੁਰੂ ਕਰਨਾ ਸੀ ਆਪਾਂ। ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਗੰਜ ਜਾਇਆ ਕਰਦਾ ਸੀ। ਰਾਜਗੰਜ ਇੱਕ ਜਗ੍ਹਾ ਦਾ ਨਾਮ ਹੈ ਦਰਿਆ ਦੇ ਕਿਨਾਰੇ। ਇੱਕ ਦਿਨ ਪਿਤਾ ਜੀ ਮੈਂ ਅਤੇ ਮੋਤੀ ਅਗਨ ਬੋਟ ਵਿੱਚ ਬੈਠੇ ਸਾਂ। ਅਗਨ ਬੋਟ ਕਿਸ਼ਤੀਆਂ ਜਿਹੜੀਆਂ ਸਮੁੰਦਰ ਦੇ ਵਿੱਚ ਦਰਿਆਵਾਂ ਦੇ ਵਿੱਚ ਪੁਰਾਣੀਆਂ ਸਮੇਂ 'ਤੇ ਚੱਲਦੀਆਂ ਸੀ ਉਹਨੂੰ ਅਗਨ ਬੋਟ ਕਹਿੰਦੇ ਸੀ, ਜਿਹੜੀ ਸਟੀਮ ਦੇ ਨਾਲ ਚੱਲਦੀ ਸੀ। ਜਹਾਜ਼ ਦੇ ਤੁਰਨ ਦਾ ਵਿਸਲ ਹੋ ਚੁੱਕਾ ਸੀ। ਜਹਾਜ਼ ਜੈਟੀ ਨਾਲੋਂ ਨਿਖੜ ਚੁੱਕਾ ਸੀ। ਜੈਟੀ ਉਹ ਜਗ੍ਹਾ ਜਿੱਥੇ ਜਹਾਜ਼ਾਂ ਨੂੰ ਸੰਗਲ ਦੇ ਨਾਲ ਬੰਨ੍ਹਿਆ ਜਾਂਦਾ ਹੈ, ਭਾਵ ਉੱਥੇ ਰੋਕਿਆ ਜਾਂਦਾ ਹੈ ਬੰਦਰਗਾਹ ਦੇ ਉੱਪਰ। ਮੋਤੀ ਮੈਨੂੰ ਨਾ ਦਿਸਿਆ, ਅਚਾਨਕ ਉਹ ਮੈਨੂੰ ਜੈਟੀ 'ਤੇ ਦਿਸਿਆ। ਜਹਾਜ਼ ਚੱਲਣ ਲੱਗ ਪਿਆ ਅਤੇ ਮੋਤੀ ਜਿਹੜਾ ਕੁੱਤਾ ਸੀ ਉਹਨਾਂ ਦਾ ਉਹ ਪਿੱਛੇ ਰਹਿ ਗਿਆ। ਮੈਂ ਚੀਕ ਚਿਹਾੜਾ ਪਾ ਦਿੱਤਾ। ਚੀਕ ਚਿਹਾੜਾ ਉੱਚੀ ਉੱਚੀ ਰੌਲਾ ਰੱਪਾ ਪਾ ਦੇਣਾ। ਪਿਤਾ ਜੀ ਛਾਲ ਮਾਰ ਕੇ ਜੈਟੀ 'ਤੇ ਚਲੇ ਗਏ। ਮੋਤੀ ਨੂੰ ਗਲੋਂ ਫੜ ਕੇ ਕੱਛ ਵਿੱਚ ਦੇ ਲਿਆ। ਕੱਛ ਵਿੱਚ ਭਾਵ ਜਿਸ ਤਰ੍ਹਾਂ ਅਸੀਂ ਨਿੱਕੇ ਬੱਚੇ ਨੂੰ ਗੋਦੀ ਦੇ ਵਿੱਚ ਚੁੱਕੀਦਾ, ਉਸ ਤਰ੍ਹਾਂ ਉਹਨਾਂ ਦੇ ਪਿਤਾ ਨੇ ਉਸ ਨੂੰ ਗਲੇ ਤੋਂ ਫੜ ਕੇ ਪੱਟੇ ਤੋਂ ਪਕੜ ਕੇ ਆਪਣੀ ਬਾਂਹ ਦੇ ਹੇਠਾਂ ਦਬਾ ਕੇ ਘੁੱਟ ਕੇ ਫੜ ਲਿਆ। ਕਹਿੰਦਾ ਕਿ ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ। ਕੌਣ ਕਹਿੰਦਾ ਹੈ? ਲੇਖਕ। ਕਾਰਨਾਮਾ ਕੋਈ ਮਹਾਨ ਕੰਮ ਕਰਨਾ, ਭਾਵ ਉਹਨਾਂ ਨੇ ਮੋਤੀ ਦੀ ਜਾਨ ਬਚਾ ਕੇ ਬਹੁਤ ਵੱਡਾ ਮਹਾਨ ਕੰਮ ਕੀਤਾ ਸੀ। ਜਹਾਜ਼ ਤੇ ਜੈਟੀ ਵਿਚਕਾਰ 5-7 ਫੁੱਟ ਦਾ ਪਾੜ ਸੀ। ਪਾੜ ਡਿਸਟੈਂਸ ਕਿ ਜਹਾਜ਼ ਜਿਹੜਾ ਸੀ ਉਹ ਆਪਣੀ ਜਗ੍ਹਾ ਤੋਂ ਹੁਣ ਚੱਲਣਾ ਸ਼ੁਰੂ ਹੋ ਚੁੱਕਾ ਸੀ ਅਤੇ ਐਡੀ ਦੂਰੋਂ ਉਹਨਾਂ ਦੇ ਪਿਤਾ ਜੀ ਨੇ ਜਹਾਜ਼ ਵਿੱਚ ਛਾਲ ਮਾਰੀ ਅਤੇ ਮੋਤੀ ਨੂੰ ਬਚਾ ਲਿਆ। ਹੁਗਲੀ ਦਰਿਆ ਛਾਂ ਛਾਂ ਕਰਦਾ ਵਗ ਰਿਹਾ ਸੀ। ਹੁਗਲੀ ਜੋ ਕਿ ਕੈਲਕਟਾ ਬੰਗਾਲ ਦੇ ਵਿੱਚ ਹੈ, ਦਰਿਆ ਦਾ ਨਾਮ। ਪਿਤਾ ਜੀ ਨੇ 2 ਕੁ ਕਦਮ ਪਿਛਾਂਹ ਹਟ ਕੇ ਛਾਲ ਮਾਰੀ ਅਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮੇਤ ਆਣ ਚੰਬੜੇ। ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ। ਹੁਣ ਉੱਥੇ ਦੇ ਬੰਗਾਲ ਦੇ ਸਾਰੇ ਲੋਕ ਇਸ ਪੰਜਾਬੀ ਬੰਦੇ ਦੀ ਬਹਾਦਰੀ 'ਤੇ ਬਹੁਤ ਹੈਰਾਨ ਹੋ ਰਹੇ ਸਨ ਕਿ ਕਿਵੇਂ ਉਸਨੇ ਇੱਕ ਮੋਤੀ ਕੁੱਤੇ ਨੂੰ ਹੀ, ਜਾਨਵਰ ਨੂੰ ਬਚਾਉਣ ਲਈ ਆਪਣੀ ਜਾਨ ਜੋਖਿਮ ਦੇ ਵਿੱਚ ਪਾ ਦਿੱਤੀ। ਅਚਾਨਕ ਉੱਪਰਲੀਆਂ ਪੌੜੀਆਂ ਤੋਂ ਇੱਕ ਮੇਮ ਉਤਰੀ ਅਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ, ਤੁਸੀਂ ਬੜੇ ਬਹਾਦਰ ਹੋ, ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ? ਫਿਰ ਉਹ ਮੇਮ ਜਿਹੜੀ ਸੀ ਉਹ ਉਹਨਾਂ ਦੀ ਵਾਕਫ ਸੀ। ਮੇਮ ਪਿਤਾ ਜੀ ਦੇ ਵਾਕਫ ਮਤਲਬ ਜਾਣਕਾਰ, ਮਿਲ ਮੈਨੇਜਰ ਦੀ ਵਹੁਟੀ ਸੀ ਅਤੇ ਜਾਣਦੀ ਸੀ
कि पिता जी नूं तरना नहीं आउंदा, तैरना नहीं सी आउंदा। जे ਉਹ ਡਿੱਗ ਜਾਂਦੇ ਦਰਿਆ ਦੇ ਵਿੱਚ ਤੇ ਕੁਝ ਵੀ ਨੁਕਸਾਨ ਹੋ ਸਕਦਾ ਸੀ। ਪਿਤਾ ਜੀ ਨੇ ਉੱਤਰ ਦਿੱਤਾ ਸੀ ਕਿ ਮੇਰਾ ਬੱਚਾ ਇਸ ਕੁੱਤੇ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗੂ ਪਿਆਰ ਕਰਦਾ ਹਾਂ। ਸੋ ਜਦੋਂ ਉਸਨੇ ਲੇਖਕ ਨੇ ਆਪਣੇ ਪਿਤਾ ਜੀ ਦਾ ਇਹ ਉੱਤਰ ਸੁਣਿਆ ਤਾਂ ਉਹ ਬਹੁਤ ਹੀ ਖੁਸ਼ ਹੋਇਆ। ਪਿਤਾ ਜੀ ਨੇ ਇਹ ਉੱਤਰ ਦਿੱਤਾ ਕਿ ਇਹ ਕੁੱਤਾ ਜਿਹੜਾ ਆ ਸਾਨੂੰ ਸਾਡੇ ਬੱਚਿਆਂ ਵਾਂਗ ਪਿਆਰਾ ਲੱਗਦਾ ਹੈ। ਮੇਮ ਨੇ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੀ, ਤਾਂ ਇਹ ਤੁਹਾਡਾ ਬੱਚਾ ਹੈ। ਉਸਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੇਮ ਵੀ ਮੋਤੀ ਦੀ ਮਿੱਤਰ ਬਣ ਗਈ। ਖੱਬੀ ਗੱਲ ਚੀਕ ਦੇ ਉੱਪਰ ਲੈਫਟ ਸਾਈਡ 'ਤੇ ਉਹਨੂੰ ਹੱਥ ਦੇ ਨਾਲ ਥਪਥਪਾ ਕੇ ਪਿਆਰ ਕੀਤਾ ਲੇਖਕ ਨੂੰ। ਮੇਰੇ ਮੋਤੀ ਹਰ ਮਿੱਤਰ ਦਾ ਝੱਟ ਦੋਸਤ ਬਣ ਜਾਂਦਾ ਸੀ ਤੇ ਕਹਿੰਦਾ ਮੋਤੀ ਦੀ ਇੱਕ ਖੂਬੀ ਇਹ ਵੀ ਸੀ ਕਿ ਉਹ ਹਰ ਕਿਸੇ ਦਾ ਫਟਾਫਟ ਝੱਟ ਮਤਲਬ ਬਹੁਤ ਜਲਦੀ ਹੀ ਦੋਸਤ ਬਣ ਜਾਂਦਾ ਸੀ। ਛੁੱਟੀ ਵਾਲੇ ਦਿਨ ਉਹ ਅਕਸਰ ਸਟੀਮਰ ਦੇ ਪਹੁੰਚਣ 'ਤੇ ਆਪਣੇ ਬੰਗਲੇ ਦੇ ਬਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ। ਹੁਣ ਉਹ ਮੇਮ ਵੀ ਜਿਹੜੀ ਹੈ ਉਹ ਮੋਤੀ ਦੀ ਦੋਸਤ ਬਣ ਗਈ ਤੇ ਰੋਜ਼ ਆਪਣੇ ਘਰ ਦੇ ਬਰਾਂਡੇ ਵਿੱਚ, ਬੰਗਲੇ ਵਿੱਚ, ਕੋਠੀ ਵਿੱਚ ਉਸ ਦੀ ਉਡੀਕ ਕਰਦੀ ਹੁੰਦੀ ਸੀ ਕਿ ਕਦੋਂ ਲੇਖਕ ਤੇ ਉਸਦੇ ਪਿਤਾ ਮੋਤੀ ਨੂੰ ਲੈ ਕੇ ਆਉਣ ਤੇ ਉਹਦੇ ਨਾਲ ਸਮਾਂ ਬਿਤਾ ਸਕੇ। ਮੋਤੀ ਪਿੱਛੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕਿਟ, ਚਾਕਲੇਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ। ਹੁਣ ਲੇਖਕ ਕੀ ਦੱਸਦਾ ਹੈ ਕਿ ਉਸ ਮੋਤੀ ਦੇ ਕਰਕੇ ਮੈਨੂੰ ਆਂਡੇ, ਦੁੱਧ, ਕੇਕ, ਬਿਸਕਿਟ, ਚਾਕਲੇਟ ਤੇ ਸੈਂਡਵਿਚ ਖਾਣ ਨੂੰ ਮਿਲਣੇ ਸ਼ੁਰੂ ਹੋ ਗਏ। ਇਹ ਮੇਮ ਦੇ ਦੁਆਰਾ ਲੇਖਕ ਨੂੰ ਦਿੱਤੇ ਜਾਂਦੇ ਸਨ। ਕਿਉਂ ਦਿੱਤੇ ਜਾ ਰਹੇ ਸੀ? ਇਹ ਲੇਖਕ ਨੂੰ ਲਾਲਚ ਦਿੱਤਾ ਜਾ ਰਿਹਾ ਸੀ। ਮੇਮ ਦੇ ਮਨ ਦੇ ਵਿੱਚ ਇਹ ਆ ਗਿਆ ਕਿ ਮੈਂ ਉਹਨਾਂ ਦੇ ਕੋਲੋਂ ਇਹ ਮੋਤੀ ਨਾਂ ਦਾ ਕੁੱਤਾ ਜਿਹੜਾ ਆ ਖਰੀਦ ਲੈਣਾ ਹੈ। ਮੇਮ ਦੇ 2 ਵੱਡੇ ਵੱਡੇ ਹੋਰ ਕੁੱਤੇ ਸਨ। ਮੋਤੀ ਉਹਨਾਂ ਨੂੰ ਕਦੇ ਡਾਹੀ ਨਹੀਂ ਸੀ ਦਿੰਦਾ। ਡਾਹੀ ਤੋਂ ਭਾਵ ਹੈ ਬਰਾਬਰੀ, ਕਦੇ ਵੀ ਉਹਦੇ ਬਰਾਬਰ ਨਹੀਂ ਸੀ ਆਉਣ ਦਿੰਦਾ। ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉੱਤੋਂ ਹੀ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਦਾ ਫਿਰਦਾ। ਮੋਤੀ ਦਾ ਰੰਗ ਜਿਹੜਾ ਸੀ ਉਹ ਬਹੁਤ ਹੀ ਸਾਫ਼ ਸੀ। ਚਿਤ ਮਿੱਤਰਾ ਦੁੱਧ ਚਿੱਟਾ ਵੀ ਵਿੱਚ ਉਹਦਾ ਰੰਗ ਸੀ, ਮਤਲਬ ਦੁੱਧ ਵਰਗਾ ਚਿੱਟਾ ਰੰਗ। ਤੇ ਕਹਿੰਦੇ ਜਦੋਂ ਮੇਮ ਦੇ ਘਰ ਦੇ ਵਿੱਚ ਲੱਗੇ ਹੋਏ ਗੁਲਾਬ ਤੇ ਟਿਊਲਿਪ ਦੇ ਬੂਟਿਆਂ ਦੇ ਵਿੱਚੋਂ ਲੰਘਦਾ ਸੀ, ਫੁੱਲਾਂ ਦੇ ਵਿੱਚੋਂ ਲੰਘਦਾ ਸੀ, ਤਾਂ ਉਹਨੂੰ ਲੇਖਕ ਨੂੰ ਉਹ ਮੋਤੀ ਵੀ ਇੱਕ ਫੁੱਲ ਦੀ ਤਰ੍ਹਾਂ ਹੀ ਜਾਪਦਾ ਸੀ। ਵੱਡੇ ਕੁੱਤੇ ਹਫ ਜਾਂਦੇ, ਹਫ ਤੋਂ ਭਾਵਿਆ ਥੱਕ ਜਾਂਦੇ, ਤਾਂ ਉਹ ਉਹਨਾਂ ਨੂੰ ਛੇੜ ਕੇ ਨੱਸਦਾ। ਮੋਤੀ ਫਿਰ ਉਹਨਾਂ ਨੂੰ ਮਜ਼ਾਕ ਕਰ ਕਰਕੇ ਦੌੜਦਾ ਸੀ। ਪਤਾ ਨਹੀਂ ਇਸ ਨਿੱਕੇ ਜਿਹੇ ਕਤੂਰੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ। ਖੁਸ਼ਬੂਦਾਰ ਫੁੱਲਾਂ ਨਾਲ ਖਹਿ ਕੇ ਉਹ ਵੀ ਤੁਰਦਾ ਫਿਰਦਾ ਫੁੱਲ ਜਾਪਦਾ ਤੇ ਲੇਖਕ ਨੂੰ ਵੀ ਉਹ ਤੁਰਦਾ ਫਿਰਦਾ ਫੁੱਲ ਹੀ ਮਹਿਸੂਸ ਹੁੰਦਾ ਸੀ। ਮੈਨੂੰ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ। ਮੂੰਹ ਪਾੜ ਕੇ ਮਤਲਬ ਬਿਨਾਂ ਕਿਸੇ ਸੰਕੋਚ ਤੋਂ, ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਸ਼ਰਮ ਤੋਂ ਲੇਖਕ ਕੀ ਕਹਿੰਦਾ ਹੈ ਕਿ ਉਸਨੇ ਪਿਤਾ ਦੇ ਕੋਲੋਂ ਇਸ ਕੁੱਤੇ ਨੂੰ ਮੰਗਿਆ ਕਿ ਇਹ ਮੈਨੂੰ ਦੇ ਦਿਓ। ਪਰ ਪਿਤਾ ਜੀ ਨੇ ਕੇਵਲ ਇੰਨਾ ਹੀ ਉੱਤਰ ਦਿੱਤਾ ਸੀ ਕਿ ਮੇਰੇ ਬੱਚੇ ਦਾ ਖਿਡੌਣਾ ਹੈ। ਪਤਾ ਨਹੀਂ ਉਹ ਮੈਥੋਂ, ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਹਣ ਲਈ ਕਿਉਂ ਬੇਚੈਨ ਸੀ। ਲੇਖਕ ਕਹਿੰਦਾ ਹੈ ਕਿ ਮੇਰੇ ਮਨ 'ਚ ਸਵਾਲ ਆਉਂਦਾ ਸੀ ਕਿ ਮੈਨੂੰ ਨਹੀਂ ਸਮਝ ਲੱਗੀ ਕਿ ਉਹ ਸਾਡਾ ਇਹ ਮਿੱਤਰ ਤੇ ਮੇਰੇ ਪਿਤਾ ਜੀ ਦਾ ਪੁੱਤਰਾਂ ਵਰਗਾ ਇਹ ਜਿਹੜਾ ਮੋਤੀ ਸੀ ਸਾਡੇ ਕੋਲੋਂ ਕਿਉਂ ਖੋਹਣਾ ਚਾਹੁੰਦੀ ਸੀ। ਪੇਸ਼ ਨਾ ਚੱਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕਰ ਦਿੱਤਾ। ਉਸ ਕੌਣ? ਮੇਮ ਨੇ। ਲੇਖਕ ਕਹਿੰਦਾ ਹੈ ਹੁਣ ਉਹਦੀ ਕੋਈ ਪੇਸ਼ ਨਾ ਚੱਲੀ, ਕੋਈ ਚਾਰਾ ਨਾ ਚੱਲਿਆ ਤੇ ਹੁਣ ਉਹਨੇ ਕੀ ਕੀਤਾ ਹੈ ਕਿ ਲੇਖਕ ਨੂੰ ਪੈਸਿਆਂ ਦਾ ਲਾਲਚ ਦੇਣਾ ਸ਼ੁਰੂ ਕਰ ਦਿੱਤਾ। ਮਾਇਆ ਦਾ ਜਾਦੂ ਭਾਵ ਉਸਨੂੰ ਪੈਸੇ ਦਿਖਾਉਣੇ ਸ਼ੁਰੂ ਕਰ ਦਿੱਤੇ ਕਿ ਮੂੰਹ ਮੰਗੀ ਕੀਮਤ ਜਿਹੜੀ ਤੈਨੂੰ ਮਿਲੇਗੀ। ਨੋਟ ਦਿਖਾਏ, ਚਮਕਦੇ ਟਣਕਦੇ ਰੁਪਈਆਂ ਦੀ ਢੇਰੀ ਲਾ ਦਿੱਤੀ। ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਨਹੀਂ ਪਤਾ ਸੀ ਜਾਂ ਬਚਪਨ ਦਾ ਉਹ ਸਮਾਂ ਸੀ
ਜਦੋਂ ਯਾਰ ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ। ਮੈਂ ਸਾਫ਼ ਨਾ ਕਰ ਦਿੱਤੀ। ਵੈਰੀ ਵੈਰੀ ਇੰਪੋਰਟੈਂਟ ਲਾਈਨ ਕਿ ਅਗਰ ਜੇ ਤੁਹਾਨੂੰ ਬੱਚੇ ਕੁਐਸਚਨ ਆਉਂਦਾ ਹੈ ਕਿ ਲੇਖਕ ਲਾਲਚ ਦੇ ਵਿੱਚ ਆ ਕੇ ਆਪਣੇ ਮੋਤੀ ਕੁੱਤੇ ਨੂੰ ਵੇਚਣਾ ਚਾਹੁੰਦਾ ਸੀ ਤਾਂ ਤੁਸੀਂ ਇਹ ਆਨਸਰ ਲਿਖੋਗੇ ਕਿ ਨਹੀਂ। ਜਦੋਂ ਮੇਮ ਨੇ ਉਸ ਨੂੰ ਨੋਟ ਦਿਖਾਏ ਚਮਕਦੇ ਹੋਏ ਰੁਪਈਆਂ ਦੀ, ਕਹਿੰਦਾ ਢੇਰੀ ਵੀ ਮੇਰੇ ਸਾਹਮਣੇ ਲਾਈ, ਪਰ ਮੈਨੂੰ ਉਹਨਾਂ ਰੁਪਈਆਂ ਦੀ ਸ਼ਾਇਦ ਬਚਪਨ ਹੋਣ ਕਰਕੇ ਕੀਮਤ ਦਾ ਅਹਿਸਾਸ ਨਹੀਂ ਹੋਇਆ ਕਿ ਇੰਨੇ ਪੈਸੇ ਜੇ ਕਿਸੇ ਬੰਦੇ ਨੂੰ ਮਿਲਦੇ ਹੋਣ ਤਾਂ ਉਹ ਕੋਈ ਵੀ ਕੰਮ ਜਿਹੜਾ ਆ ਬੜੀ ਆਸਾਨੀ ਦੇ ਨਾਲ ਕਰ ਸਕਦਾ ਹੈ। ਸੋ ਕਹਿੰਦਾ ਕਿ ਅਸੀਂ ਉਸ ਕੁੱਤੇ ਨੂੰ ਦੇਣ ਤੋਂ ਕਿਸੇ ਵੀ ਕੀਮਤ 'ਤੇ ਨਾ ਮੰਨੇ, ਨਾ ਕਰ ਦਿੱਤੀ। ਢੇਰ ਚਿਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ। ਢੇਰ ਤੋਂ ਭਾਵ ਆ ਬਹੁਤ ਜ਼ਿਆਦਾ ਸਮੇਂ ਤੋਂ, ਬਹੁਤ ਸਮੇਂ ਬਾਅਦ ਉਹਨਾਂ ਦੇ ਦਿਨ ਪੁੱਠੇ ਹੋ ਗਏ। ਪੁੱਠੇ ਮਤਲਬ ਮਾੜੇ ਦਿਨ ਆਉਣੇ ਸ਼ੁਰੂ ਹੋ ਗਏ। ਘਰ ਦੇ ਵਿੱਚ ਕੰਮਕਾਰ ਖਤਮ ਹੋ ਗਿਆ, ਗਰੀਬੀ ਆਉਣੀ ਸ਼ੁਰੂ ਹੋ ਗਈ। ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ। ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ। ਚਾਹ ਮਤਲਬ ਇੱਛਾ। ਵਤਨ ਵਾਪਸ ਉਹ ਜਿੱਥੋਂ ਆਏ ਸਨ ਪੰਜਾਬ, ਉੱਥੇ ਆਉਣਾ ਚਾਹੁੰਦੇ ਸਨ। ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ। ਸਮਾਨ ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ। ਉਸ ਦੀ ਮਾਂ ਨੇ ਉਹ ਮਕਾਨ ਜਿੱਥੇ ਉਹ ਰਹਿੰਦੇ ਸਨ ਵੇਚ ਕੇ ਜਿਨ੍ਹਾਂ ਦਾ ਕਰਜ਼ਾ ਲਿਆ ਹੋਇਆ ਸੀ, ਉਧਾਰ ਲਿਆ ਹੋਇਆ ਸੀ, ਉਹਨਾਂ ਸਾਰਿਆਂ ਦਾ ਕਰਜ਼ਾ ਮੋੜ ਦਿੱਤਾ। ਟੈਕਸੀ ਤਿਆਰ ਸੀ। ਪਿਤਾ ਜੀ ਅੱਧ ਬੇਹੋਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ। ਟੈਕਸੀ ਦੇ ਵਿੱਚ ਉਹਨਾਂ ਦੇ ਬਿਮਾਰ ਪਿਤਾ ਜੀ ਨੂੰ ਬਿਠਾਇਆ। ਮੋਤੀ ਲਾਗੇ ਖੜਾ ਸੀ। ਮੈਂ ਉਸ ਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ। ਕਹਿੰਦੇ ਕਿ ਮਾਤਾ ਜੀ ਨੇ ਮੈਨੂੰ ਆਪਣੀ ਮੋਤੀ ਦੇ ਹੱਕ ਵਿੱਚ ਅੱਖਾਂ ਦੀ ਰਾਹੀਂ ਕੀਤੀ ਅਪੀਲ ਘੂਰੀ ਨਾਲ ਨਾ ਮਨਜ਼ੂਰ ਹੋਈ। ਹੁਣ ਲੇਖਕ ਚਾਹੁੰਦਾ ਸੀ ਕਿ ਉਸ ਮੋਤੀ ਨੂੰ ਵੀ ਨਾਲ ਹੀ ਲਿਜਾਇਆ ਜਾਵੇ, ਪਰ ਉਸ ਦੀ ਮਾਂ ਜਿਹੜੀ ਸੀ ਉਸ ਨੂੰ ਨਹੀਂ ਸੀ ਲੈ ਕੇ ਜਾਣਾ ਚਾਹੁੰਦੀ। ਅੱਖਾਂ ਦੇ ਰਾਹੀਂ ਘੂਰੀ ਨਾਲ ਅਪੀਲ ਕੀਤੀ। ਘੂਰੀ ਮਤਲਬ ਹੁੰਦਾ ਕਿਸੇ ਨੂੰ ਅੱਖ ਦੇ ਇਸ਼ਾਰੇ ਦੇ ਨਾਲ ਰੋਕਣਾ, ਘੂਰਨਾ, ਕੋਈ ਕੰਮ ਕਰਨ ਤੋਂ ਵਰਜਣਾ, ਮਨਾ ਕਰਨਾ। ਅਤੇ ਨਾ ਮਨਜ਼ੂਰ ਕਹਿੰਦਾ ਮੇਰੀ ਇਹ ਜਿਹੜੀ ਬੇਨਤੀ ਸੀ ਉਹ ਮੇਰੀ ਮਾਂ ਨੇ ਨਾ ਮੰਨੀ। ਕਲਕੱਤੇ ਦੇ ਗਹਿਮਾ ਗਹਿਮੀ ਬਾਜ਼ਾਰ ਦੇ ਵਿੱਚ ਮੋਤੀ ਮੋਟਰ ਦੇ ਨਾਲ ਦੌੜਾਂ ਲਾ ਰਿਹਾ ਸੀ। ਹੁਣ ਕਲਕੱਤਾ ਸ਼ਹਿਰ ਦੇ ਵਿੱਚੋਂ ਉਹ ਬਾਜ਼ਾਰ ਦੇ ਭੀੜ ਭੜੱਕੇ ਗਹਿਮਾ ਗਹਿਮੀ ਭੀੜ ਭੜੱਕੇ ਦੇ ਵਿੱਚੋਂ ਨਿਕਲ ਰਹੇ ਸਨ ਅਤੇ ਮੋਤੀ ਵੀ ਉਹਨਾਂ ਦੀ ਮੋਟਰ ਗੱਡੀ ਦੇ ਨਾਲ ਪਿੱਛੇ ਪਿੱਛੇ ਟੈਕਸੀ ਦੇ ਨਾਲ ਦੌੜਦਾ ਜਾ ਰਿਹਾ ਸੀ। ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਅਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਕਹਿੰਦੇ ਕਿ ਹੁਣ ਗੱਡੀ ਜਿਹੜੀ ਸੀ ਥੋੜ੍ਹੀ ਤੇਜ਼ ਹੋ ਗਈ ਅਤੇ ਉਹਨਾਂ ਨੂੰ ਮੋਤੀ ਨਾ ਦਿਸਿਆ। ਮੋਤੀ ਕਾਫੀ ਪਿੱਛੇ ਰਹਿ ਚੁੱਕਾ ਸੀ ਅਤੇ ਮੋਤੀ ਉਸ ਦਾ ਪਿੱਛਾ ਨਾ ਕਰ ਸਕਿਆ। ਸੂਰਦਾਸ ਦਾ ਇਹ ਭਜਨ, ਸੂਰਦਾਸ ਬੇਟਾ ਜੀ ਇੱਕ ਕਵੀ ਹੋਏ ਨੇ, ਮਹਾਨ ਕਵੀ ਔਰ ਇੱਕ ਪ੍ਰਸਿੱਧ ਭਗਤ ਵੀ ਹੋਏ ਨੇ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹਨਾਂ ਦਾ ਇੱਕ ਭਜਨ ਜੋ ਕਿ ਲੇਖਕ ਨੂੰ ਉਸ ਵੇਲੇ ਯਾਦ ਆਉਣਾ ਸ਼ੁਰੂ ਹੋ ਗਿਆ, ਕਦਮ ਬੜੇ ਆਗੇ ਮਨ ਪਾਛੇ ਭਾਗੇ। ਕਹਿਣ ਤੋਂ ਭਾਵ ਕਿ ਜਿਵੇਂ ਜਿਵੇਂ ਸਾਡੇ ਕਦਮ, ਸਾਡੇ ਪੈਰ ਅੱਗੇ ਨੂੰ ਵੱਧਦੇ ਜਾ ਰਹੇ ਸਨ, ਅਸੀਂ ਵਾਪਸ ਆਪਣੇ ਵਤਨ ਮੁੜ ਰਹੇ ਸਾਂ, ਪੰਜਾਬ ਮੁੜ ਰਹੇ ਸਾਂ, ਪਰ ਕਹਿੰਦਾ ਮੇਰਾ ਮਨ ਜਿਹੜਾ ਆ ਉਹ ਪਿੱਛੇ ਨੂੰ ਮੋਤੀ ਵੱਲ ਨੂੰ ਖਿੱਚਿਆ ਜਾ ਰਿਹਾ ਸੀ, ਭੱਜ ਰਿਹਾ ਸੀ। ਸੁਣ ਕੇ ਹੁਣ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਯਾਦ ਆ ਜਾਂਦੀ ਹੈ ਅਤੇ ਕਹਿੰਦੇ ਜਦੋਂ ਵੀ ਮੈਂ ਭਜਨ ਸੁਣਦਾ ਹਾਂ ਮੈਨੂੰ ਉਹ ਸਮਾਂ ਯਾਦ ਆ ਜਾਂਦਾ ਹੈ ਜਦੋਂ ਅਸੀਂ ਮੋਤੀ ਨੂੰ ਛੱਡ ਕੇ ਵਾਪਸ ਆ ਰਹੇ ਸਾਂ। ਗੱਡੀ ਵਿੱਚ ਸੀਟਾਂ ਬੁੱਕ ਸਨ। ਅਸੀਂ ਆਪਣੇ ਡੱਬੇ ਵਿੱਚ ਬੈਠ ਗਏ। 15-20 ਮਿੰਟਾਂ ਬਾਅਦ ਜਦ ਕਿ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ, ਮੋਤੀ ਸ਼ੁਦਾਈਆਂ ਵਾਂਗ ਕਿਸੇ ਗੁਆਚੇ ਨੂੰ ਲੱਭਦਾ ਪਲੇਟਫਾਰਮ 'ਤੇ ਦਾਖਲ ਹੋਇਆ। ਪਲੇਟਫਾਰਮ ਉਹ ਥਾਂ ਜਿੱਥੇ ਰੇਲ ਗੱਡੀਆਂ ਆ ਕੇ ਰੁਕਦੀਆਂ ਹਨ। ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਆਵਾਜ਼ ਦਿੱਤੀ। ਅੰਨ੍ਹੇਵਾਹ ਨੱਠਦਾ ਮੋਤੀ ਡੱਬੇ ਨਾਲ ਆਣ ਮਿਲਿਆ। ਅੰਨ੍ਹੇਵਾਹ ਮਤਲਬ ਬਿਨਾਂ ਦੇਖੇ
ਦੌੜਾ ਦੌੜਾ ਮੋਤੀ ਜਿਹੜਾ ਸੀ ਉਹ ਉੱਥੇ ਉਹਨਾਂ ਦੀ ਰੇਲ ਗੱਡੀ ਦੇ ਜਿਸ ਡੱਬੇ ਦੇ ਵਿੱਚ ਬੈਠੇ ਸਨ ਉੱਥੇ ਪਹੁੰਚ ਚੁੱਕਾ ਸੀ। ਪਲੇਟਫਾਰਮ ਲੰਘ ਚੁੱਕਾ ਸੀ। ਦੌੜ ਲਾਈਨਾਂ ਵਿੱਚ ਸ਼ੁਰੂ ਸੀ। ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ। ਮੋਤੀ ਜਿਹੜਾ ਸੀ ਉਹ ਜਿਸ ਤਰ੍ਹਾਂ ਇੱਕ ਕੁੱਤਾ ਬਿਮਾਰ ਹੋ ਜਾਂਦਾ, ਹਲਕਾ ਹੋ ਜਾਂਦਾ ਹੈ, ਹਲਕਾ ਰੇਬੀਜ਼ ਦੀ ਬਿਮਾਰੀ ਜਿਹੜੀ ਕੁੱਤਿਆਂ ਤੋਂ ਹੁੰਦੀ ਹੈ, ਉਹਦੇ ਵਾਂਗ ਕਹਿੰਦਾ ਉਹ ਇੰਨਾ ਕੁ ਥੱਕ ਗਿਆ ਸੀ ਦੌੜ ਦੌੜ ਕੇ ਗੱਡੀ ਦਾ ਪਿੱਛਾ ਕਰਦਾ ਕਿ ਉਹ ਮੂੰਹ 'ਚੋਂ ਝੱਗ ਡਿੱਗਣ ਲੱਗ ਪਈ ਸੀ। ਉਹ ਝਈਆਂ ਲੈਂਦਾ ਸੀ। ਝਈਆਂ ਲੈਣਾ, ਗੁੱਸੇ ਦੇ ਵਿੱਚ ਦੰਦਾਂ ਨੂੰ ਕਰੀਚਣਾ, ਲੜਨ ਨੂੰ ਪੈਣਾ। ਮਾਲੂਮ ਹੁੰਦਾ ਸੀ ਕਿ ਉਹ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ। ਚੱਕ ਭਰ ਲੈਣਾ, ਦੰਦੀ ਵੱਢ ਲੈਣੀ। ਕਹਿੰਦਾ ਇੰਜ ਲੱਗਦਾ ਸੀ ਜਿਵੇਂ ਹੁਣੇ ਹੀ ਮੋਤੀ ਗੁੱਸੇ ਵਿੱਚ ਆ ਕੇ ਸਾਡੀ ਰੇਲ ਗੱਡੀ ਨੂੰ ਰੋਕ ਲਵੇਗਾ। ਮਾਤਾ ਜੀ ਦੀਆਂ ਪਰ ਬੇਦਿਲ ਇੰਜਣ ਹੋਰ ਤੇਜ਼ ਹੋ ਰਿਹਾ ਸੀ। ਮਾਤਾ ਜੀ ਦੀਆਂ ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। ਪਤਾ ਨਹੀਂ ਕਿਉਂ ਮਾਤਾ ਜੀ ਜੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਸਨ ਕਰਦੇ। ਕਹਿੰਦਾ ਕਿ ਜਿਹੜੀ ਗੱਡੀਆਂ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ ਇੱਕ ਚੇਨ ਲੱਗੀ ਹੁੰਦੀ ਹੈ ਜਿਸ ਨੂੰ ਰੋਕ ਕੇ ਅਸੀਂ ਐਮਰਜੈਂਸੀ ਕਦੇ ਵੀ ਉਸ ਗੱਡੀ ਨੂੰ ਰੁਕਵਾ ਸਕਦੇ ਹਾਂ ਖਿੱਚ ਕੇ, ਪਰ ਮਾਤਾ ਜੀ ਉਹ ਚੇਨ ਕਦੇ ਵੀ ਜੰਜੀਰ ਜਿਹੜੀ ਆ ਨਹੀਂ ਸੀ ਖਿੱਚਦੇ। ਸ਼ਾਇਦ ਮਾਤਾ ਜੀ ਨੂੰ ਵਹਿਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹ ਹੈ। ਕੌਣ? ਮੋਤੀ। ਮੋਤੀ ਅੱਜ ਦੌੜ ਵਿੱਚ ਹਾਰ ਖਾ ਰਿਹਾ ਸੀ। ਜਿਹੜਾ ਕਿ ਮੇਮ ਦੇ ਕੁੱਤਿਆਂ ਦੇ ਨਾਲ ਉਹ ਦੌੜਾਂ ਲਾਉਂਦਾ ਅਤੇ ਉਹਨਾਂ ਨੂੰ ਹਰਾ ਦਿੰਦਾ ਸੀ, ਅੱਜ ਕਹਿੰਦਾ ਲੇਖਕ ਕਿ ਮੋਤੀ ਆਪ ਹੀ ਦੌੜ ਜਿਹੜੀ ਉਹ ਹਾਰ ਚੁੱਕਾ ਸੀ। ਮੈਂ ਜਦੋਂ ਤੱਕ ਉਹ ਮਾੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ ਹਟ ਗਿਆ ਉਸ ਨੂੰ ਵੇਖਦਾ ਰਿਹਾ। ਨੁਕਤਾ ਮਤਲਬ ਛੋਟਾ ਜਿਹਾ ਹਿੱਸਾ। ਕਹਿੰਦਾ ਜਦੋਂ ਤੱਕ ਮੇਰੀਆਂ ਅੱਖਾਂ ਤੋਂ ਮੋਤੀ ਓਹਲੇ ਨਾ ਹੋਇਆ ਮੈਂ ਉਸ ਨੂੰ ਲਗਾਤਾਰ ਦੇਖਦਾ ਹੀ ਰਿਹਾ। ਛਾਲ ਮਾਰਨ ਨੂੰ ਜੀ ਨਹੀਂ ਸੀ ਕਰਦਾ। ਪਿਤਾ ਜੀ ਜੇ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲਿਆਉਂਦੇ। ਹੁਣ ਲੇਖਕ ਤਾਂ ਆਪ ਬਚਪਨੇ ਵਿੱਚ ਸੀ, ਛੋਟਾ ਸੀ, ਪਰ ਉਹ ਆਪਣੇ ਪਿਤਾ ਜੀ ਦੇ ਉਸ ਪਲ ਨੂੰ, ਸਮੇਂ ਨੂੰ ਯਾਦ ਕਰਦਾ ਹੈ ਜਦੋਂ ਉਹਨਾਂ ਦੇ ਪਿਤਾ ਜੀ ਨੇ ਉਸ ਨੂੰ ਜੈਟੀ ਦੇ ਉੱਪਰੋਂ ਉਹਦੀ ਜਾਨ ਬਚਾਈ ਸੀ। ਕਹਿੰਦਾ ਕਿ ਜੇ ਪਿਤਾ ਜੀ ਅੱਜ ਵੀ ਤੰਦਰੁਸਤ ਹੁੰਦੇ, ਹੋਸ਼ ਵਿੱਚ ਹੁੰਦੇ ਤਾਂ ਉਸ ਦੇ ਪਿਤਾ ਜੀ ਉਸ ਨੂੰ ਜ਼ਰੂਰ ਫੜ ਲਿਆਉਂਦੇ। ਅਖੀਰ ਮਗਰੋਂ ਕਹਿੰਦਾ ਕਿ ਸਾਨੂੰ ਗੁਆਂਢੀਆਂ ਦੀ ਚਿੱਠੀ ਆਈ ਕਿ ਲਗਾਤਾਰ 1 ਮਹੀਨਾ ਮੋਤੀ ਸਾਡੇ ਵੇਚੇ ਹੋਏ ਮਕਾਨ ਅੱਗੇ ਬੈਠਾ ਰਿਹਾ ਸੀ। ਹੁਣ ਜਿਸ ਜਗ੍ਹਾ 'ਤੇ ਉਹ ਪਹਿਲਾਂ ਉੱਥੇ ਰਹਿ ਕੇ ਆਏ ਸਨ, ਉਹਨਾਂ ਦੇ ਗਵਾਂਢੀ ਉਹਨਾਂ ਦੇ ਵਾਕਫ ਸਨ, ਨੋਨ ਸਨ, ਉਹਨਾਂ ਨੂੰ ਜਾਣਦੇ ਸਨ, ਉਹਨਾਂ ਦਾ ਐਡਰੈਸ ਪਤਾ ਵਗੈਰਾ ਰੱਖਿਆ ਹੋਏਗਾ ਅਤੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਚਿੱਠੀ ਭੇਜੀ ਗਈ ਕਿ ਤੁਹਾਡਾ ਜਿਹੜਾ ਮੋਤੀ ਕੁੱਤਾ ਸੀ ਤੁਹਾਡੇ ਜਾਣ ਤੋਂ ਬਾਅਦ 1 ਮਹੀਨਾ ਤੁਹਾਡੇ ਘਰ ਦੇ ਬਾਹਰ ਬੈਠਾ ਰਿਹਾ ਸੀ। ਦਿਨ ਰਾਤ ਵਿੱਚ 1 ਘੰਟਾ ਉਹ ਗਾਇਬ ਰਹਿੰਦਾ ਸੀ। ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ 'ਤੇ ਦੇਖਣ ਜਾਂਦਾ ਹੋਵੇ। ਲੇਖਕ ਇਹ ਕਲਪਨਾ ਕਰਦਾ ਹੈ, ਸੋਚਦਾ ਰਹਿੰਦਾ ਹੈ ਕਿ ਜਿਹੜਾ ਦਿਨ ਦਾ 1 ਘੰਟਾ ਉਹ ਘਰ ਦੇ ਮੂਹਰੇ ਨਹੀਂ ਸੀ ਬੈਠਦਾ, ਗਾਇਬ ਹੋ ਜਾਂਦਾ ਸੀ, ਸ਼ਾਇਦ ਉਦੋਂ ਮੋਤੀ ਜਿਹੜਾ ਉਹ ਸਟੇਸ਼ਨ 'ਤੇ ਮੈਨੂੰ ਲੱਭਣ ਚਲੇ ਜਾਂਦਾ ਹੋਵੇ। ਇੱਕ ਦਿਨ ਰਾਤੀ ਉਹ ਬੜਾ ਰੋਇਆ। ਖਬਰੇ ਮਤਲਬ ਸ਼ਾਇਦ। ਚਿੱਠੀ ਦੇ ਵਿੱਚ ਇਹ ਵੀ ਲਿਖਿਆ ਕਿ ਇੱਕ ਰਾਤ ਉਹ ਮੋਤੀ ਕੁੱਤਾ ਜਿਹੜਾ ਸੀ ਬਹੁਤ ਜ਼ਿਆਦਾ ਰੋ ਰਿਹਾ ਸੀ। ਖਬਰੇ ਕਹਿੰਦਾ ਸ਼ਾਇਦ। ਹੁਣ ਇਹ ਲੇਖਕ ਸਿਰਫ ਸੋਚ ਰਿਹਾ ਹੈ ਕਿ ਜਿਸ ਦਿਨ ਮੋਤੀ ਰੋ ਰਿਹਾ ਸੀ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤਿਆਗਣ ਦੀ ਰਾਤ ਸੀ। ਸੰਸਾਰ ਤਿਆਗ ਦੇਣਾ ਭਾਵ ਮਰ ਜਾਣਾ, ਇਸ ਦੁਨੀਆ ਤੋਂ ਚਲੇ ਜਾਣਾ। ਅਤੇ ਫਿਰ ਉਸ ਨੂੰ ਕਿਸੇ ਨੇ ਨਹੀਂ ਸੀ ਦੇਖਿਆ। ਉਸ ਤੋਂ ਬਾਅਦ ਕਹਿੰਦੇ ਕਿ ਉਹੀ ਰਾਤ ਜਿਹੜੀ ਸੀ ਜਦੋਂ ਉਸਦੇ ਮੋਤੀ ਦੇ ਰੋਣ ਦੀ ਆਵਾਜ਼ ਸੁਣੀ ਸੀ, ਉਸ ਤੋਂ ਬਾਅਦ ਮੁਹੱਲੇ ਗਲੀ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਮੋਤੀ ਨੂੰ ਕਦੇ ਵੀ ਨਾ ਵੇਖਿਆ। ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵਿੱਚ ਖਿੱਚਦਾ ਹੈ। ਅਤੇ ਲੇਖਕ ਕਹਿੰਦਾ ਜਦੋਂ ਵੀ ਮੋਤੀ ਦੀ ਯਾਦ ਆਉਂਦੀ ਹੈ ਅਤੇ ਮੈਨੂੰ ਉਹਦਾ ਖਿਆਲ ਜਿਹੜਾ ਆ ਬੰਗਾਲ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ ਕਿ ਸ਼ਾਇਦ ਹੁਣ ਵੀ ਜੇ ਮੈਂ ਜਾਵਾਂ ਤਾਂ ਉੱਥੇ ਉਹਨੂੰ ਮੋਤੀ ਜ਼ਰੂਰ ਲੱਭ ਲਵੇਗਾ।
सो इस कहानी का आपां सिट्टा ये कढ सकते हाँ विद्यार्थियों कि सानू अपने घरां दे विच रखे हुए पालतू जानवरां दे प्रति मोह प्यार रखना चाहिदा है ते कदे भी जेकर असी उन्हां नू अपने परिवार के मैंबरां वांग रखते हाँ तो उन्होंने पूरी तरह के नाल देखभाल करनी चाहिए है, क्योंकि पालतू जानवर भी जोड़े मनुख के इंसान के पूरे वफादार होंदे हन ते सानू भी उन्हां प्रति पूरी मनुखता इंसानियत ते हमदर्दी जिहड़ी प्रगट करनी चाहिए है। सो ये सी जी तुहाडा फस्ट चैप्टर PT1 दा मोती कहानी। हुण इस दे क्वेश्चन आंसर मैं तुहानू डिस्कस करांगी सिर्फ, ते तुसी आप अपने क्वेश्चन जिहड़े इहदे विचों फाइंड करके उन्हां दा आंसर भी लिखना है। पाठ अभ्यास दे जिहड़े प्रश्न ने, फस्ट क्वेश्चन है इहदे विच साडे कोल कि इस कहानी विचले लड़के नू मोती कित्थों ते किवें मिलिया। सो बेटा जी जिहड़ा आपां बिल्कुल फस्ट पेज कहानी दा पढ़िया है, पाठ नंबर पेज नंबर 3 दे उपर फस्ट पैरे दे विच तुहाडा इस क्वेश्चन दा आंसर बनेगा कि इस लड़के नू मोती, लड़का कौन आ, लेखक, कि उन्हों कित्थों ते किवें मिलिया सी। जदों तुसी लिखोगे आंसर कि जदों अपने पिता दे नाल उन्हां दे दोस्त परशोत्तम बाबू दे घर उन्हां दे मिलन जांदे हन तां ਉਹ ਲੇਖਕ ਦਾ ਹੱਥ ਜਿਹੜਾ ਆ ਸੋਫੇ ਦੇ ਨੀਚੇ ਨਰਮ ਨਰਮ ਕਿਸੇ ਚੀਜ਼ ਨੂੰ ਲੱਗਾ। ਜਦੋਂ ਉਸਨੇ ਥੱਲੇ ਝਾਤ ਮਾਰੀ ਤਾਂ ਉਸਨੇ ਇੱਕ ਕੁੱਤੇ ਨੂੰ ਦੇਖਿਆ। ਫਿਰ ਜਦੋਂ ਨਾਲ ਜਾਣ ਲੱਗਾ ਤੇ ਉਹਨੇ ਮੋਤੀ ਨੂੰ ਨਾਲ ਲੈ ਕੇ ਜਾਣ ਦੀ ਜਿੱਦ ਕੀਤੀ, ਪਰ ਉਸਦੇ ਪਿਤਾ ਨੇ ਮਨਾ ਕਰ ਦਿੱਤਾ। ਫਿਰ ਉਹਨਾਂ ਦੇ ਦੋਸਤ ਦੇ ਕਹਿਣ ਤੇ ਉਸਨੇ ਮੋਤੀ ਨੂੰ ਨਾਲ ਲੈ ਜਾਣ ਦੀ कह के बेनती करके उस दे नाल ही उन्हां दे पिता दे दोस्त ने नाल उसनूं भेज दिता। इस तरह लड़के नूं मोती दी प्राप्ति हुई, मोती मिलिया। सैकेंड क्वेश्चन है मोती हैरान क्यों सी। मोती हैरान क्यों सी आपां नैक्सट पेज ते पढ़िया कि जदों मोती जिहड़ा अपने पहले मालक दे घरों जाण लगा सी ते लेखक सोचता है कि शायद मोती बहुत हैरान हो रहा सी सानू देख के, ये तो थोड़ा चिर ही मेरे नाल खेडिया है, थोड़े चिर दी दोस्ती ते उम्र भर दी कैद, कि शायद हुणे जिहड़ा नवां मालक मेरा दोस्त बनेगा वो मैनू उम्र भर इस तरह चेन दे नाल कैद करके रखेगा। ये गल सोच के जिहड़ा मोती है वो बहुत हैरान हो रहा सी। नंबर 3 मोती कारण लड़के नाल स्कूल विच किहड़ी घटना वापरी। लड़के नाल आपां ऑलरेडी पढ़िया है किताब दे विच कि जदों एक बार दब्बे पैरी वो लड़के नूं नाल ले गया तां मास्टर जी नूं जदों पता लगा कि ये कुत्ता इहदे नाल आया है तां उन्हां ने उसनूं सेवियां दा स्वाद चखाया। मास्टर जी ने उसनूं सेवियां दा स्वाद चखाया, भाव उसनूं चपेड़ां भी मारियां सन। ते फिर होर की होया सी, उसनूं जदों उसने सवालां दे जवाब उसनूं गलत दिते सन ते उसनूं झिड़कां भी पईयां सन। सो इस घटना दे बारे तुसीं अपने शब्दां दे विच, थोड़े शब्दां दे विच उसनूं लिखना है, पूरी डिटेल दे विच नहीं लिखना, छोटे और घट शब्दां दे विच। नैक्सट नंबर 4 है मोती विच किहड़े किहड़े गुण सन। बहुत ही वधिया तरह दे नाल पैराग्राफ दे विच दिते हुए ने कि मोती दे विच वो सारे गुण सन जो आम एक वफादार जानवर दे विच हुंदे हन। वो एक मित्र सी, बहुत ही चंगा दोस्त बनदा सी, सारियां दा सब दा ख्याल रखदा सी, परिवारक मैंबरां दा, उसदे पिता जी दा ध्यान रखदा सी, घर की रखवाली करता सी, जेकर दूर सिटो कोई चीज़ आ तो उन्होंने चुक लिया सी, सिट डाउन कहता सी तो वह भी उन्होंने समझ लगता सी। ये सारियां गल्लां जड़ियां उसदे गुणां नूं बयान करदियां हन जो कि तुसी अपने आंसर दे विच लिखना है। नैक्सट नंबर 5 है लड़के नूं मेम वल्लों
ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਤੇ ਕਿਉਂ। ਇਹ ਹੁਣੇ ਹੀ ਮੈਂ ਤੁਹਾਨੂੰ ਅੱਜ ਇਸੇ ਲੈਕਚਰ ਦੇ ਵਿੱਚ ਦੱਸਿਆ ਹੈ ਕਿ ਮੇਮ ਜਿਹੜੀ ਸੀ ਹੁਣ ਉਸ ਕੁੱਤੇ ਨੂੰ ਖਰੀਦਣਾ ਚਾਹੁੰਦੀ ਸੀ, ਉਹਨਾਂ ਦੇ ਕੋਲੋਂ ਲੈਣਾ ਚਾਹੁੰਦੀ ਸੀ। ਇਹ ਕਿਉਂ ਦਾ ਆਨਸਰ ਹੈ, ਕਿਉਂ, ਕਿਉਂਕਿ ਉਸ ਨੂੰ ਮੋਤੀ ਕੁੱਤਾ ਜਿਹੜਾ ਆ ਹੁਣ ਚੰਗਾ ਲੱਗਣ ਲੱਗ ਪਿਆ ਸੀ। ਤੇ ਮੇਮ ਜਿਹੜੀ ਹੈ ਉਸ ਦੇ ਬਦਲੇ ਦੇ ਵਿੱਚ ਲੜਕੇ ਨੂੰ, ਉਹ ਛੋਟੇ ਬੱਚੇ ਨੂੰ, ਲੇਖਕ ਨੂੰ ਕਿਹੜੇ ਗੱਫੇ ਦਿੰਦੀ ਸੀ। ਗੱਫੇ ਮਤਲਬ ਲਾਲਚ ਦੇਣਾ। ਕਾਹਦਾ ਗੱਫਾ? ਬਿਸਕਿਟ, ਟਾਫੀਆਂ, ਚਾਕਲੇਟਸ, ਜਿਹੜਾ ਵੀ ਅਸੀਂ ਪੈਰਾਗ੍ਰਾਫ ਦੇ ਸੈਂਡਵਿਚ ਦੇ ਗੱਫੇ, ਸੈਂਡਵਿਚ ਬਣਾਉਣ ਦੇ, ਠੀਕ ਹੈ ਜੀ। ਇਹ ਸਾਰਾ ਕੁਝ ਕਹਿੰਦਾ, ਆਂਡੇ, ਇਹ ਸਾਰਾ ਕੁਝ ਉਸ ਨੂੰ ਲਾਲਚ ਦੇ ਤੌਰ 'ਤੇ ਦੇ ਰਹੀ ਸੀ। ਨੈਕਸਟ ਨੰਬਰ 6 ਹੈ, ਮੇਮ ਦੀਆਂ ਕਿਆਰੀਆਂ ਵਿੱਚ ਕਿਹੜੇ ਕਿਹੜੇ ਫੁੱਲ ਖਿੜੇ ਹੋਏ ਸਨ। ਫੁੱਲ ਪੁੱਛਿਆ ਆ ਬੇਟਾ, ਦੋ ਤਰ੍ਹਾਂ ਦੇ ਫੁੱਲ ਹੀ ਸੀਗੇ, ਗੁਲਾਬ ਤੇ ਟਿਊਲਿਪ ਦੇ ਫੁੱਲ। ਤੇ ਜੇਕਰ ਬੂਟੇ ਵੀ ਆ ਜਾਣ ਤਾਂ ਆਪਾਂ ਟਮਾਟਰਾਂ ਦੇ ਬੂਟੇ ਕਹਿ ਸਕਦੇ ਹਾਂ। ਨੈਕਸਟ ਹੈ ਜੀ ਲਾਸਟ ਕੁਐਸਚਨ ਇਹਦਾ, ਦੱਸੋ ਮੋਤੀ ਦਾ ਸੁਭਾਅ ਕਿਹੋ ਜਿਹਾ ਸੀ। ਸੁਭਾਅ, ਹੁਣੇ ਅਸੀਂ ਉਹਦੇ ਗੁਣਾਂ ਬਾਰੇ ਗੱਲ ਕੀਤੀ ਹੈ, ਗੁਣਾਂ ਦੇ ਨਾਲ ਨਾਲ ਅਸੀਂ ਸੁਭਾਅ ਵੀ ਲਿਖਾਂਗੇ ਕਿ ਮੋਤੀ ਦਾ ਸੁਭਾਅ ਜਿਹੜਾ ਆ ਬਹੁਤ ਚੰਗਾ ਸੀ। ਉਹ ਘਰ ਦਾ ਇੱਕ ਵਫਾਦਾਰ ਜਾਨਵਰ ਸੀ, ਸਾਰਿਆਂ ਦੇ ਨਾਲ ਬਹੁਤ ਛੇਤੀ ਘੁਲ ਮਿਲ ਜਾਂਦਾ ਸੀ। ਆਪਾਂ ਇਹ ਵੀ ਖੂਬੀ ਉਹਦੀ ਪੜ੍ਹੀ ਹੈ ਜਦੋਂ ਲੇਖਕ ਦੱਸਦਾ ਕਿ ਮੋਤੀ ਝੱਟ ਮੇਰੇ ਮਿੱਤਰਾਂ ਦਾ ਦੋਸਤ ਬਣ ਜਾਂਦਾ ਸੀ, ਮੇਮ ਦਾ ਵੀ ਉਹ ਦੋਸਤ ਬਣ ਗਿਆ ਸੀ। ਇਹ ਸਾਰੀਆਂ ਗੱਲਾਂ ਮੋਤੀ ਦੇ ਸੁਭਾਅ ਦੇ ਵਿੱਚ ਲਿਖੋਗੇ। ਉਹ ਆਪਣੀ ਵਫਾਦਾਰੀ ਨਿਭਾਉਣਾ ਵੀ ਜਾਣਦਾ ਸੀ। ਵਫਾਦਾਰੀ ਕਿੱਦਾਂ ਨਿਭਾਈ ਉਸਨੇ? ਜਦੋਂ ਲੇਖਕ ਦੇ ਪਿਤਾ ਜੀ ਦੀ ਜ਼ਹਿਰੀਲੇ ਜਾਨਵਰ ਤੋਂ ਉਹਨਾਂ ਨੇ ਜਾਨ ਬਚਾਈ। ਸੋ ਇਹ ਸੀ ਜੀ ਬੇਟਾ ਤੁਹਾਡੇ ਬੈਕ ਐਕਸਰਸਾਈਜ਼, ਅਭਿਆਸ ਦੇ ਪ੍ਰਸ਼ਨ। ਇਹ ਤੁਸੀਂ ਆਪਣੀਆਂ ਨੋਟਬੁੱਕਸ ਦੇ ਉੱਪਰ ਆਪ ਸੋਲਵ ਕਰਨੇ ਨੇ। ਅਤੇ ਇਸ ਤੋਂ ਇਲਾਵਾ 5 1 ਵਰਡ ਆਨਸਰ ਤੁਸੀਂ ਆਪ ਫਰੇਮ ਕਰਨੇ ਨੇ ਕੁਐਸਚਨ, ਅਤੇ ਆਪ ਹੀ ਉਹਨਾਂ ਦਾ ਆਨਸਰ ਕੱਢ ਕੇ ਲਿਖਣਾ ਹੈ, ਜਿਵੇਂ ਤੁਸੀਂ 6ਵੀਂ ਜਮਾਤ ਦੇ ਵਿੱਚ ਕੀਤਾ ਸੀ ਕਿ 5 1 ਵਰਡ ਕੁਐਸਚਨਸ ਫਾਈਂਡ ਕਰਨੇ ਨੇ। ਪਹਿਲਾ ਕੁਐਸਚਨ ਇਹੀ ਹੋ ਸਕਦਾ ਹੈ ਕਿ ਮੋਤੀ ਕਹਾਣੀ ਕਿਸ ਦੀ ਲਿਖੀ ਹੋਈ ਹੈ। ਮੋਤੀ ਕਿਹੜੀ ਨਸਲ ਦਾ ਕੁੱਤਾ ਸੀ। ਮੋਤੀ ਜਾਂ ਲੇਖਕ ਦੇ ਪਿਤਾ ਦੇ ਦੋਸਤ ਦਾ ਕੀ ਨਾਮ ਸੀ। ਉਹ ਕਿੱਥੋਂ ਦੇ ਰਹਿਣ ਵਾਲੇ ਸਨ। ਕਿਹੜੇ ਦਰਿਆ ਦੇ ਉੱਪਰ ਲੇਖਕ ਤੇ ਉਸਦੇ ਪਿਤਾ ਜੀ ਘੁੰਮਣ ਜਾਂਦੇ ਸਨ। ਜਾਂ ਮੇਮ ਦੀਆਂ ਕਿਆਰੀਆਂ ਦੇ ਵਿੱਚ ਕਿਹੜੇ ਫੁੱਲ ਖਿੜੇ ਹੋਏ ਸਨ। ਇਹ ਸਾਰੇ ਇਸ ਤਰ੍ਹਾਂ ਦੇ 1 ਵਰਡ ਕੁਐਸਚਨ ਆਨਸਰ ਹੈ। 1 ਵਰਡ ਮਤਲਬ 1 ਜਾਂ 2 ਸ਼ਬਦਾਂ ਦੇ ਵਿੱਚ ਉੱਤਰ ਦੇਣਾ, ਬਹੁਤ ਛੋਟੇ ਪ੍ਰਸ਼ਨ ਉੱਤਰ। ਬੇਟਾ ਜੀ ਇਹ 5 ਕਰਨੇ ਨੇ, ਅਤੇ ਇਹ ਬੈਕ ਐਕਸਰਸਾਈਜ਼ ਵਾਲੇ ਜਿਹੜੇ ਆ 7 ਕੁਐਸਚਨ ਇਹ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਸੋਲਵ ਕਰਨੇ ਨੇ। ਔਖੇ ਸ਼ਬਦਾਂ ਦੇ ਅਰਥ ਜਿਹੜੇ ਉਹ ਸਿਰਫ ਤੁਸੀਂ ਪੜ੍ਹਨੇ ਨੇ, ਬੁੱਕ ਦੇ ਉੱਪਰੋਂ ਹੀ ਯਾਦ ਕਰਨੇ ਨੇ। ਇਹਨਾਂ ਨੂੰ ਤੁਸੀਂ ਨੋਟਬੁੱਕ ਦੇ ਉੱਪਰ ਨਹੀਂ ਲਿਖਣਾ। ਧੰਨਵਾਦ।